जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। रोज किसे सो की जय, रोज किसे सो की जय। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। नांगे आवन नांगे जान, हर हुक्म पाया क्या कीजे। नांगे आवन नांगे जान, हर हुक्म पाया क्या कीजे। रोज किसे सो कीजे, रोज किसे सो कीजे। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। गुरमुख होए सो पाना मन्ने, सहजे हरे रस पीजै। गुरमुख होए सो पाना मन्ने, सहजे हरे रस पीजै। रोज किसे सो कीजै, रोज किसे सो कीजै। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। नानक सुखदाता सदा सलाहे, रसना राम रवीजै। नानक सुखदाता सदा सलाहे, रसना राम रवीजै। रोज किसे सो कीजै, रोज किसे सो कीजै। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। नानक सुखदाता सदा सलाहे, रसना राम रवीजै। नानक सुखदाता सदा सलाहे, रसना राम रवीजै।
सो कीजै, रोज किसे सो कीजै। जिसकी बस्त सोई ले जाएगा, सोई ले जाएगा, सोई ले जाएगा। जिसकी बस्त सोई ले जाएगा, सोई ले जाएगा, सोई ले जाएगा। जिसकी बस्त सोई ले जाएगा, जिसकी बस्त सोई ले जाएगा। सतगुरु की समझदार है, ऐ जीव ਐਵੇਂ ਨਾ ਉਸ ਪ੍ਰਭੂ ਨੂੰ ਉਲਾਂਭੇ ਦੇਣ ਲੱਗ ਜਾਇਆ ਕਰ। ਆਪਾਂ ਦੁਨੀਆ ਵਿੱਚ ਤੱਕਿਆ ਹੈ ਨਾ, ਕਈ ਵਾਰ ਜੀਵ ਆਖ ਦਿੰਦਾ ਹੈ ਵੀ ਉਸ ਰੱਬ ਨੇ ਮੇਰੇ ਨਾਲ ਬੜਾ ਮਾੜਾ ਕੀਤਾ ਹੈ, ਮੈਨੂੰ ਫਲਾਣਾ ਦੁੱਖ ਦੇ ਦਿੱਤਾ ਹੈ। ਨਹੀਂ ਬਈ, ਸਾਰੇ ਸੁੱਖ ਉਸਦੇ ਦਿੱਤੇ ਹੋਏ ਨੇ, ਸਾਰੀਆਂ ਰਹਿਮਤਾਂ ਉਸ ਦੀਆਂ ਦਿੱਤੀਆਂ ਹੋਈਆਂ ਨੇ। ਆ ਹਿਰਦੇ ਵਿੱਚ ਝਾਤ ਮਾਰ, ਮੰਗ ਮੰਗ ਕੇ ਉਸ ਕੋਲੋਂ ਸਾਰੇ ਸੁੱਖ ਲਏ ਨੇ। ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਐ, ਭਲਿਆ ਸਾਰਾ ਕੁਝ ਦੇਣ ਵਾਲਾ ਲੈ ਵੀ ਸਕਦਾ ਹੈ। ਜਿਸ ਕੀ ਬਸਤ ਸੋਈ ਲੈ ਜਾਏਗਾ। ਸਾਰੇ ਸੁੱਖ ਇਸ ਦੇ ਨੇ, ਸਾਰੀਆਂ ਰਹਿਮਤਾਂ ਉਸਨੇ ਦਿੱਤੀਆਂ ਨੇ, ਇੱਥੋਂ ਤੱਕ ਇਹ ਸਰੀਰ ਵੀ ਉਸਨੇ ਦਿੱਤਾ ਹੈ। ਦੇਣ ਵਾਲਾ ਲਜਾ ਵੀ ਸਕਦਾ ਹੈ। ਰੋਸ ਕਿਸੇ ਸਿਉ ਕੀਜੈ, ਕਿਹਦੇ ਨਾਲ ਗੁੱਸਾ ਕਰਦਾ ਹੈ, ਕਿਹਦੇ ਨਾਲ ਰੋਸ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ੍ਰੀ ਤਰਨਤਾਰਨ ਸਾਹਿਬ ਵਿੱਚ ਸਰੋਵਰ ਦੀ ਕਾਰ ਸੇਵਾ ਆਰੰਭ ਕਰਾਉਣ ਲੱਗੇ ਨੇ। ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਸੇਵਾ ਵਾਸਤੇ ਆਈਆਂ ਨੇ। ਸਤਿਗੁਰਾਂ ਨੇ ਹੁਕਮ ਕੀਤਾ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕਰਨੀ ਹੈ ਆਪਣੇ ਆਪਣੇ ਨਾਮ ਲਿਖਾ ਦੇਵੋ। ਤੇ ਨਾਲ ਕੀ ਤਾੜਨਾ ਕੀਤੀ ਹੈ ਵੀ ਜਿਨ੍ਹਾਂ ਨੇ ਵੀ ਨਾਮ ਲਿਖਾਣਾ ਹੈ, ਜਿਨ੍ਹਾਂ ਨੇ ਵੀ ਸੇਵਾ ਲਿਖਾਣੀ ਹੈ, ਹਰ ਰੋਜ਼ ਸੇਵਾ ਤੇ ਆਇਆ ਕਰਨਾ ਪਵੇਗਾ। ਗੁਰਸਿੱਖ ਨਾਮ ਲਿਖ ਰਹੇ ਨੇ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰਹਿਮਤਾਂ ਦੇ ਭੰਡਾਰ ਕੋਲ ਬੈਠੇ ਨੇ। ਸਤਿਗੁਰਾਂ ਨੇ ਕੀ ਤੱਕਿਆ, ਇੱਕ ਬੀਬੀ ਜਿਸ ਦਾ ਨਾਮ ਭਾਗ ਭਰੀ ਹੈ, ਉਹ ਵੀ ਆਪਣਾ ਨਾਮ ਲਿਖਾ ਰਹੀ ਹੈ। ਜਦੋਂ ਇਸਨੇ ਆਪਣਾ ਨਾਮ ਲਿਖਾਇਆ, ਸਤਿਗੁਰਾਂ ਨੇ ਆਖਿਆ, ਬੀਬਾ ਇਹ ਸੇਵਾ ਬੜੀ ਹੀ ਭਾਰੀ ਹੈ। ਕਈਆਂ ਦੇ ਨਾਲ ਮਿੱਟੀ ਪੁੱਟਣੀ ਹੈ ਤੇ ਟੋਕਰਿਆਂ ਦੇ ਨਾਲ ਚੁੱਕਣੀ ਹੈ। ਐਡੀ ਭਾਰੀ ਸੇਵਾ ਤੂੰ ਕਿਵੇਂ ਕਰੇਂਗੀ? ਇਹ ਸੇਵਾ ਤੇਰੇ ਵੱਸ ਦੀ ਨਹੀਂ ਹੈ। ਸੱਚ ਜਾਣ, ਜਿਉਂ-ਜਿਉਂ ਸਤਿਗੁਰੂ ਬੋਲ ਰਹੇ ਨੇ, ਇਸ ਬੀਬੀ ਦੇ ਅੱਖਾਂ ਵਿੱਚੋਂ ਹੰਝੂ ਘਿਰ ਆਏ, ਮੁੱਖ ਹੰਝੂਆਂ ਦੇ ਨਾਲ ਭਰ ਲਿਆ। ਸਤਿਗੁਰੂ, ਮੈਨੂੰ ਦੁਖਿਆਰੀ ਨੂੰ ਜ਼ਰੂਰ ਸੇਵਾ ਦੇਵੋ, ਮੈਂ ਬੜੀ ਦੁੱਖਾਂ ਦੀ ਭਰੀ ਹਾਂ। ਸਾਰਾ ਸੰਸਾਰ ਘੁੰਮਿਆ, ਇੱਕ ਤੇਰਾ ਦਰ ਬਾਕੀ ਰਿਹਾ। ਸੋਭਾ ਸੁਣੀ ਹੈ ਤੇਰੇ ਦਰ ਤੇ ਸੇਵਾ ਕਰਨ ਵਾਲੇ ਦੇ ਦੁੱਖ ਕੱਟੇ ਜਾਂਦੇ ਨੇ, ਮੈਨੂੰ ਸੇਵਾ ਕਰ ਲੈਣ ਦੇ। ਸਤਿਗੁਰਾਂ ਨੇ ਆਖਿਆ, ਬੀਬਾ ਤੈਨੂੰ ਕੀ ਦੁੱਖ ਹੈ? ਏਡਾ ਕਿਉਂ ਰੋਂਦੀ ਹੈ? ਹੱਥ ਜੋੜ ਕੇ ਬੈਰਾਗ ਭਰੀ ਆਵਾਜ਼ ਵਿੱਚ ਆਖਣ ਲੱਗੀ, ਸਤਿਗੁਰੂ, ਮੇਰਾ ਪਤੀ ਕਈ ਮਹੀਨਿਆਂ ਤੋਂ ਮੰਜੇ ਤੇ ਬਿਮਾਰ ਪਿਆ ਹੈ, ਉੱਠ ਨਹੀਂ ਸਕਦਾ।
ਬੈਠ ਨਹੀਂ ਸਕਦਾ, ਬੋਲ ਨਹੀਂ ਸਕਦਾ। ਹਰ ਪਾਸਿਓਂ ਜਵਾਬ ਮਿਲ ਗਿਆ ਹੈ। ਐਡੀ ਮੈਂ ਦੁਖਿਆਰੀ ਹਾਂ, ਛੋਟਾ ਜਿਹਾ ਮੇਰਾ ਬੱਚਾ ਹੈ, ਉਸ ਨੂੰ ਟੀਵੀ ਦੀ ਬਿਮਾਰੀ ਹੈ, ਉਹ ਵੀ ਮੰਜੇ ਤੇ ਪਿਆ ਹੈ, ਹਿੱਲ ਨਹੀਂ ਸਕਦਾ। ਮੈਂ ਬੜੀ ਦੁਖਿਆਰੀ ਹਾਂ, ਇਸ ਦੁਖਿਆਰੀ ਨੂੰ ਸੇਵਾ ਜ਼ਰੂਰ ਕਰ ਲੈਣ ਦੇਵੋ। ਸਤਿਗੁਰੂ ਆਖਣ ਲੱਗੇ, ਬੀਬਾ ਪਤੀ ਤੇਰਾ ਬਿਮਾਰ, ਬੱਚਾ ਵੀ ਤੇਰਾ ਬਿਮਾਰ, ਦੋਨੋਂ ਮੰਜੇ ਤੋਂ ਨਹੀਂ ਉੱਠ ਸਕਦੇ, ਕਿਵੇਂ ਸੇਵਾ ਕਰੇਂਗੇ? ਸਤਿਗੁਰੂ ਮੈਂ ਤੁਹਾਡੇ ਨਾਲ ਬਚਨ ਕਰਦੀ, ਕਦੀ ਵੀ ਸੇਵਾ ਵਿੱਚ ਨਾਗਾ ਨਹੀਂ ਜੇ ਪਾਵਾਂਗੀ। ਸਤਿਗੁਰੂ ਆਖਣ ਲੱਗੇ, ਚੰਗਾ ਤੇਰੀ ਮਰਜ਼ੀ। ਆਪਣੇ ਘਰ ਗਈ, ਸਵੇਰ ਹੋਈ, ਟੋਕਰਾ ਚੁੱਕਿਆ, ਆਪਣੇ ਪਤੀ ਦੇ ਕੋਲ ਆਈ ਜੋ ਮੰਜੇ ਤੇ ਲੇਟਿਆ ਹੋਇਆ ਹੈ। ਹੱਥ ਜੋੜ ਕੇ ਪੁੱਛਣ ਲੱਗੀ, ਸੁਆਮੀ ਮੈਂ ਸੇਵਾ ਤੇ ਚਲੀ ਜਾਵਾਂ? ਇਹ ਬੋਲ ਨਹੀਂ ਸਕਦਾ, ਉੱਠ ਨਹੀਂ ਸਕਦਾ। ਸਿਰ ਹਿਲਾ ਕੇ ਇਸ਼ਾਰਾ ਕੀਤਾ ਬਈ ਤੂੰ ਚਲੀ ਜਾ। ਸਿਰ ਹਿਲਾਇਆ, ਚਲੇ ਗਏ। ਰੋਜ਼ ਹੀ ਇਸ ਤਰ੍ਹਾਂ ਕਰਦੀ ਹੈ। ਘਰੋਂ ਟੁਰਨ ਲੱਗੀ, ਆਪਣੇ ਪਤੀ ਕੋਲੋਂ ਆਗਿਆ ਮੰਗਦੀ ਹੈ, ਸੁਆਮੀ ਚਲੀ ਜਾਵਾਂ? ਇਹ ਸਿਰ ਹਿਲਾ ਦਿੰਦਾ ਹੈ। ਛੋਟਾ ਜਿਹਾ ਬੱਚਾ, ਇਸ ਨੂੰ ਬੋਤਲ ਦੇ ਵਿੱਚ ਦੁੱਧ ਦੇ ਜਾਂਦੀ ਹੈ ਤੇ ਸੇਵਾ ਤੇ ਟੁਰ ਜਾਂਦੀ ਹੈ। ਸਾਰਾ ਦਿਨ ਸੇਵਾ ਕਰਦੀ ਤੇ ਸ਼ਾਮ ਨੂੰ ਘਰ ਆਉਂਦੀ ਹੈ। ਅੱਜ ਸੇਵਾ ਕਰਦਿਆਂ 16 ਦਿਨ ਬੀਤੇ ਨੇ। ਜਦੋਂ 16ਵਾਂ ਦਿਨ ਆਇਆ, ਆਪਣੇ ਘਰੋਂ ਤੁਰਨ ਲੱਗੀ, ਰੋਜ਼ਾਨਾ ਦੀ ਤਰ੍ਹਾਂ ਬੱਚਾ ਜੋ ਮੰਜੇ ਤੇ ਲੇਟਿਆ ਹੋਇਆ ਹੈ, ਬਿਮਾਰੀ ਨਾਲ ਬਿਲਕ ਰਿਹਾ ਹੈ, ਉਸ ਨੂੰ ਦੁੱਧ ਵਾਲੀ ਬੋਤਲ ਪਕੜਾਈ ਤੇ ਆਪਣੇ ਪਤੀ ਦੇ ਕੋਲ ਗਈ, ਸੁਆਮੀ ਮੈਂ ਸੇਵਾ ਤੇ ਚਲੀ ਜਾਵਾਂ? ਅੱਜ ਸਿਰ ਨਹੀਂ ਜੇ ਹਿਲਾਇਆ। ਅੱਗੇ ਹਰ ਰੋਜ਼ ਸਿਰ ਹਿਲਾ ਕੇ ਇਸ਼ਾਰਾ ਕਰਦੇ ਸਨ ਬਈ ਚਲੀ ਜਾ। ਅੱਜ ਸਿਰ ਨਹੀਂ ਜੇ ਹਿਲਾਇਆ। ਦੂਜੀ ਵਾਰ ਪੁੱਛਿਆ, ਸੁਆਮੀ ਚਲੀ ਜਾਵਾਂ? ਸਿਰ ਨਹੀਂ ਜੇ ਹਿਲਾਇਆ। ਅੱਜ ਇਸਨੇ ਚਰਨਾਂ ਨੂੰ ਪਕੜ ਕੇ ਹਿਲਾਇਆ ਤੇ ਕੀ ਤੱਕ ਰਹੀ ਹੈ, ਅਜੇ ਵੀ ਕੋਈ ਇਸ਼ਾਰਾ ਨਹੀਂ ਹੋਇਆ। ਤੇ ਅੱਜ ਇਸ ਬੀਬੀ ਨੇ ਜਦੋਂ ਆਪਣੇ ਪਤੀ ਦੇ ਮੁਖ ਤੋਂ ਕੁੱਪੜਾ ਚੱਕਿਆ, ਪੱਲੂ ਉਠਾਇਆ ਤੇ ਕੀ ਤੱਕ ਰਹੀ ਹੈ, ਇਸ ਦਾ ਪਤੀ ਗੁਜ਼ਰ ਗਿਆ ਹੈ। ਤਾਂ ਮਾਰ ਕੇ ਰੋਈ, ਐ ਮੇਰਿਆ ਰੱਬਾ, ਐ ਮਾਲਕਾ, ਐ ਕੀ ਹੋ ਗਿਆ? ਮੈਨੂੰ ਕਿੱਡੇ ਦੁੱਖਾਂ ਦੇ ਵਿੱਚ ਫਸਾ ਦਿੱਤਾ ਹੈ। ਐ ਸਤਿਗੁਰੂ, ਤੇਰੇ ਦਰ ਤੇ ਸੇਵਾ ਕਰਨ ਵਾਲਿਆਂ ਦੀਆਂ ਝੋਲੀਆਂ ਸੁੱਖਾਂ ਨਾਲ ਭਰ ਜਾਂਦੀਆਂ ਨੇ, ਮੈਨੂੰ ਕਿੱਡੇ ਦੁੱਖ 'ਚ ਫਸਾਇਆ ਹੈ। ਮਨ ਵਿੱਚ ਸੋਚ ਰਹੀ ਹੈ, ਹੁਣ ਕੀ ਕਰਾਂ? ਇੱਕ ਪਾਸੇ ਪਤੀ ਸੁਰਗਵਾਸ ਹੋਇਆ ਮੰਜੇ ਤੇ ਪਿਆ ਹੈ, ਦੂਜੇ ਪਾਸੇ ਸਤਿਗੁਰਾਂ ਨਾਲ ਬਚਨ ਕੀਤਾ ਹੋਇਆ ਹੈ, ਹਰ ਰੋਜ਼ ਸੇਵਾ ਤੇ ਆਇਆ ਕਰਾਂਗੀ, ਬਈ ਹੁਣ ਕੀ ਕਰਾਂ? ਸੋਚ ਰਹੀ ਹੈ। ਮਨ ਵਿੱਚ ਕੀ ਸੋਚਿਆ, ਪਹਿਲਾਂ ਰੱਬ ਨੂੰ ਮਨਾਉਣਾ ਹੈ, ਪਹਿਲਾਂ ਗੁਰੂ ਨੂੰ ਰਜਾਉਣਾ ਹੈ, ਪਹਿਲਾਂ ਸੇਵਾ ਕਰਨੀ ਹੈ, ਸੰਸਾਰ ਬੇਸ਼ੱਕ ਰੁੱਸ ਜਾਵੇ। ਪਤੀ ਮੰਜੇ ਤੇ ਸੁਰਗਵਾਸ ਪਿਆ ਹੈ, ਸਿਰ ਤੇ ਟੋਕਰਾ ਚੁੱਕਿਆ ਤੇ ਸੇਵਾ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਨੂੰ ਤੁਰੀ ਜਾ ਰਹੀ ਹੈ ਤੇ ਰੋਂਦੀ ਹੋਈ ਜਾ ਰਹੀ ਹੈ। ਅੱਖਾਂ ਦੇ ਵਿੱਚੋਂ ਹੰਝੂ ਕੇਰਦੀ ਜਾ ਰਹੀ ਹੈ। ਐ ਸਤਿਗੁਰੂ, ਮੈਨੂੰ ਕਿੱਡੇ ਡਾਢੇ ਦੁੱਖ ਵਿੱਚ ਫਸਾਇਆ ਹੈ। ਅੱਜ ਤੈਨੂੰ ਉਲਾਂਭਾ ਦੇਣਾ ਹੈ। ਜਿਹੜੇ ਦੁੱਖ ਕੱਟਣ ਵਾਸਤੇ ਸੇਵਾ ਕੀਤੀ, ਉਸੇ ਦੁੱਖਾਂ ਵਿੱਚ ਫਸਾ ਦਿੱਤਾ। ਕਿੱਡੇ ਕਿੱਡੇ ਹੰਝੂ ਕੇਰਦੀ, ਉਲਾਂਭੇ ਦੇਂਦੀ ਜਾ ਰਹੀ ਹੈ।
ਐ ਸਤਿਗੁਰੂ ਤੇਰੇ ਨਾਲ ਅੱਜ ਗੱਲ ਕਰਨੀ ਹੈ। ਇਸ ਗਰੀਬਣੀ ਨੂੰ ਕਿੱਡੇ ਦੁੱਖ ਵਿੱਚ ਫਸਾਇਆ ਹੈ, ਕਿਉਂ ਨਹੀਂ ਮੇਰੇ ਤੇ ਰਹਿਮਤ ਕੀਤੀ, ਮੇਰੀ ਸੇਵਾ ਵਿੱਚ ਕਿਹੜੀ ਕਮੀ ਰਹਿ ਗਈ ਸੀ। ਐਡੇ ਐਡੇ ਹੰਝੂ ਕੇਰਦੀ ਉਲਾਂਭੇ ਦਿੰਦੀ ਟੁਰੀ ਜਾ ਰਹੀ ਹੈ। ਤੇ ਸਤ ਸੰਗਿਓ, ਸਤਿਗੁਰਾਂ ਦੇ ਦਰਬਾਰ ਦਾ ਇਹ ਅਸੂਲ, ਇਹ ਮਰਜ਼ਾਦਾ ਸੀ। ਸੇਵਾ ਕਰਨ ਤੋਂ ਪਹਿਲਾਂ ਕਥਾ ਕੀਰਤਨ ਤੇ ਫਿਰ ਸੇਵਾ ਆਰੰਭ ਹੁੰਦੀ ਸੀ। ਜਿਉਂ ਹੀ ਦਰਬਾਰ ਵਿੱਚ ਪੁੱਜੇ ਤੇ ਅੱਗੋਂ ਜਾਂਦਿਆਂ ਨੂੰ ਕੀਰਤਨ ਹੋ ਰਿਹਾ ਹੈ। ਬਈ ਕੀ ਕੀਰਤਨ ਹੋ ਰਿਹਾ ਹੈ? ਜਿਸ ਕੀ ਬਾਸਤ ਸੋਈ ਲੈ ਜਾਏਗਾ, ਰੋਜ਼ ਕਿਸੇ ਸਿਉ ਕੀਜੈ। ਸ਼ਬਦ ਦਾ ਭੋਗ ਪਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸ਼ਬਦ ਦੀ ਆਪ ਵਿਆਖਿਆ ਕੀਤੀ। ਐ ਜੀਬ, ਐਵੇਂ ਨਾ ਉਲਾਂਭੇ ਦੇਣ ਲੱਗ ਪਿਆ ਕਰ। ਉਹਦੀਆਂ ਵਸਤੂਆਂ, ਉਹਦੇ ਸਰੀਰ, ਉਹਦੇ ਸੁੱਖ ਦੇਣ ਵਾਲਾ ਜਦੋਂ ਮਰਜ਼ੀ ਲੈ ਜਾਵੇ, ਉਹਦੇ ਨਾਲ ਕਾਹਦਾ ਗੁੱਸਾ? ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਤੇ ਹੋਰ ਉਹ ਕਿਸੇ ਨਾਲ ਬੁਰਾ ਨਹੀਂ ਜੇ ਕਰਦਾ। ਐਵੇਂ ਨਾ ਉਲਾਂਭੇ ਦਿਆ ਕਰ। ਤੇ ਸਤ ਸੰਗਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਹੋਣ ਤੇ ਸਿੱਖ ਦਾ ਹਿਰਦਾ ਕਿਉਂ ਨਾ ਠੰਡਾ ਹੋ ਜਾਵੇ। ਜਦੋਂ ਬੀਬੀ ਨੇ ਸਤਿਗੁਰਾਂ ਦੀ ਇਹ ਵਿਆਖਿਆ, ਇਹ ਉਪਦੇਸ਼ ਸੁਣਿਆ ਤੇ ਹਿਰਦਾ ਠੰਡਾ ਹੋ ਗਿਆ। ਕੋਈ ਉਲਾਂਭਾ ਨਹੀਂ ਦੇ ਰਿਹਾ। ਸਾਰਾ ਦਿਨ ਸੇਵਾ ਕੀਤੀ, ਸ਼ਾਮ ਨੂੰ ਆਪਣੇ ਘਰ ਗਈ ਤੇ ਸ਼ਾਮ ਨੂੰ ਪਤੀ ਦਾ ਸੰਸਕਾਰ ਕਰ ਦਿੱਤਾ। ਪਤੀ ਦਾ ਸੰਸਕਾਰ ਕੀਤਾ। ਕਈ ਵਾਰ ਉਹ ਪ੍ਰਭੂ ਆਪਣੇ ਭਗਤਾਂ ਨੂੰ ਕਸਵੱਟੀ ਤੇ ਲਾ ਕੇ ਦੇਖਦਾ ਹੈ। ਅੱਜ 7 ਦਿਨ ਹੋਰ ਬੀਤੇ ਨੇ ਸੇਵਾ ਕਰਦੇ ਆ। ਜਦੋਂ 8ਵਾਂ ਦਿਨ ਆਇਆ ਨਾ, ਘਰੋਂ ਟੁਰਨ ਲੱਗੀ ਤੇ ਛੋਟੇ ਜਿਹੇ ਬੱਚੇ ਨੇ ਆਖਿਆ, ਮਾਂ ਰਾਤੀ ਮੇਰੇ ਸੁਪਨੇ ਦੇ ਵਿੱਚ ਬਾਪੂ ਆਇਆ ਸੀ। ਆਖਣ ਲੱਗਾ, ਪੁੱਤਰ ਤੈਨੂੰ ਵੀ ਮੈਂ ਆਪਣੇ ਕੋਲ ਲੈ ਜਾਣਾ ਹੈ। ਤੇਰੀ ਮਾਂ ਤੇਰਾ ਖਿਆਲ ਨਹੀਂ ਦੇ ਰੱਖਦੀ, ਕੱਲੇ ਨੂੰ ਛੱਡ ਕੇ ਤੁਰ ਜਾਂਦੀ ਹੈ। ਤੇਰਾ ਖਿਆਲ ਨਹੀਂ ਰੱਖਦੀ ਤੇਰੀ ਮਾਂ, ਇਸ ਲਈ ਮੈਂ ਤੈਨੂੰ ਆਪਣੇ ਕੋਲ ਲੈ ਜਾਣਾ। ਮਾਂ ਨੇ ਆਖਿਆ, ਪੁੱਤਰ ਇਹ ਕੀ ਬੋਲ ਰਿਹਾ? ਸੁਪਨੇ ਕਿਤੇ ਸੱਚ ਹੁੰਦੇ ਨੇ? ਇਹੋ ਜਿਹੀਆਂ ਗੱਲਾਂ ਨਹੀਂ ਕਰਦੀਆਂ। ਪੁੱਤਰ ਨੂੰ ਦੁੱਧ ਵਾਲੀ ਬੋਤਲ ਪਕੜਾਈ, ਟੋਕਰਾ ਚੁੱਕਿਆ ਤੇ ਸੇਵਾ ਵਾਸਤੇ ਚੱਲੀ। ਪੁੱਤਰ ਨੇ ਰੋ ਕੇ ਆਵਾਜ਼ ਮਾਰੀ, ਐ ਮੇਰੀ ਅੰਮਾ, ਮਰਨ ਵਾਲੇ ਦੀ ਆਖਰੀ ਇੱਛਾ ਸਾਰੇ ਹੀ ਪੂਰੀ ਕਰ ਦਿੰਦੇ ਨੇ। ਤੂੰ ਸੇਵਾ ਤੇ ਚੱਲੀ ਹੈ, ਪਤਾ ਨਹੀਂ ਤੇਰੇ ਆਉਣ ਤੱਕ ਮੈਂ ਹੋਵਾਂ ਜਾਂ ਨਾ ਹੋਵਾਂ, ਮੇਰੀ ਆਖਰੀ ਇੱਛਾ ਤੇ ਪੂਰੀ ਕਰ ਜਾ। ਜਦੋਂ ਛੋਟੇ ਜਿਹੇ ਬੱਚੇ ਨੇ ਇੰਨੇ ਬਚਨ ਆਖੇ, ਮਾਂ ਦਾ ਹਿਰਦਾ ਕੰਬ ਗਿਆ। ਪੁੱਤਰ ਕੀ ਤੇਰੀ ਇੱਛਾ ਹੈ? ਹੈ ਮੇਰੀ ਅੰਮਾ, ਇੱਕ ਵਾਰ ਘੁੱਟ ਕੇ ਮੈਨੂੰ ਛਾਤੀ ਦੇ ਨਾਲ ਲਾ ਲਾ, ਕਿਤੇ ਮੈਂ ਮਾਂ ਦੇ ਪਿਆਰ ਤੋਂ ਵਾਂਝਾ ਨਾ ਮਰ ਜਾਵਾਂ। ਮਾਂ ਵਾਲਾ ਪਿਆਰ ਦੇ ਜਾ। ਮਾਂ ਦੇ ਅੱਖਾਂ ਵਿੱਚੋਂ ਹੰਝੂ ਘੇਰ ਆਈ, ਰੋ ਪਈ। ਐ ਪੁੱਤਰਾ, ਇਹ ਗੱਲ ਹੈ। ਪੁੱਤਰ ਦੀ ਬਾਂਹ ਪਕੜੀ, ਆ ਲੈ, ਅੱਜ ਮੈਂ ਤੇਰੀ ਬਾਂਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਕੜਾ ਕੇ ਚੱਲੀ। ਜਿਨ੍ਹਾਂ ਦੇ ਘਰ ਤੇ ਉਹਨਾਂ ਦੀ ਰਹਿਮਤ ਹੋ ਜਾਂਦੀ ਹੈ। ਐ ਮੇਰੀ ਬੱਚਾ, ਉਸ ਘਰ ਦੇ ਅੱਗੇ ਦੀ ਵੀ ਜੰਮ ਨਹੀਂ ਜੇ ਲੰਘਦਾ, ਤੂੰ ਰਤੀ ਵੀ ਡਰੀ ਨਾ। ਤੇਰੀ ਬਾਂਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਕੜਾ ਕੇ ਚੱਲੀ ਹੈ। ਐ ਮੇਰੇ ਪੁੱਤਰਾ, ਰਤਾ ਵੀ ਡਰੀ ਨਾ। ਕਿੱਡਾ ਭਰੋਸਾ ਦੇ ਕੇ ਮਾਂ ਤੁਰ ਗਈ ਹੈ ਸੇਵਾ ਵਾਸਤੇ। ਸਾਰਾ ਦਿਨ ਰੱਜ ਕੇ ਸੇਵਾ ਕੀਤੀ।
ਜਦੋਂ ਸ਼ਾਮ ਨੂੰ ਆਈ ਨਾ ਆਪਣੇ ਘਰ, ਆ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ, ਕੀ ਤੱਕ ਰਹੀ ਹੈ? ਉਹ ਛੋਟਾ ਜਿਹਾ ਬੱਚਾ ਕਈ ਮਹੀਨਿਆਂ ਤੋਂ ਮੰਜੇ ਤੇ ਬਿਲਕ ਰਿਹਾ ਸੀ, ਬਿਮਾਰੀ ਨਾਲ ਤੜਫ ਰਿਹਾ ਸੀ, ਵਿਹੜੇ ਦੇ ਵਿੱਚ ਨੱਸਾ ਫਿਰਦਾ ਹੈ। ਮਾਂ ਦੇਖ ਕੇ ਹੈਰਾਨ ਹੋ ਗਈ, ਅੱਖਾਂ ਮਲ ਮਲ ਕੇ ਦੇਖ ਰਹੀ ਹੈ। ਪੁੱਤਰ, ਮੈਨੂੰ ਤੇ ਯਕੀਨ ਨਹੀਂ ਆਉਂਦਾ, ਇਹ ਕਿਵੇਂ ਹੋ ਗਿਆ? ਇਹ ਕਿਵੇਂ ਹੋ ਗਿਆ? ਇੰਨੇ ਮਹੀਨਿਆਂ ਦਾ ਤੂੰ ਮੰਜੇ ਤੇ ਪਿਆ ਹੈ ਤੇ ਇੱਕ ਦਿਨ ਦੇ ਵਿੱਚ ਤੂੰ ਠੀਕ ਹੋ ਗਿਆ, ਯਕੀਨ ਨਹੀਂ ਜੇ ਆਉਂਦਾ। ਛੋਟੇ ਜਿਹੇ ਬੱਚੇ ਨੇ ਆਖਿਆ, ਮਾਂ ਤੈਨੂੰ ਨਹੀਂ ਪਤਾ, ਮੈਂ ਤੇ ਮਰ ਚਲਿਆ ਸੀ, ਮੇਰੇ ਸਵਾਸ ਨਿਕਲ ਚੱਲੇ ਸਨ। ਜਦੋਂ ਮੇਰਾ ਸਾਹ ਘੁੱਟ ਹੋਇਆ, ਜਦੋਂ ਮੇਰਾ ਗਲਾ ਸੁੱਕਿਆ ਨਾ, ਮੈਂ ਉੱਚੀ ਉੱਚੀ ਪਾਣੀ ਪਾਣੀ ਆਖਿਆ ਤੇ ਕੀ ਹੋਇਆ? ਆਪਣੇ ਘਰ ਦਾ ਬਾਹਰਲਾ ਦਰਵਾਜ਼ਾ ਆਪਣੇ ਆਪ ਖੁੱਲ ਗਿਆ। ਮੈਂ ਕੀ ਤੱਕ ਰਿਹਾ ਹਾਂ? ਇੱਕ ਗੋਲ ਪਗੜੀ ਵਾਲਾ ਬਾਬਾ ਤੇ ਲੰਬੀ ਜਿਸਦੀ ਦਾੜੀ ਆਪਣੇ ਘਰ ਆਇਆ ਤੇ ਆ ਕੇ ਮੇਰੇ ਮੂੰਹ ਦੇ ਵਿੱਚ ਉਸਨੇ ਜਲ ਪਾ ਦਿੱਤਾ। ਜਦੋਂ ਉਸਨੇ ਮੇਰੇ ਮੁਖ ਦੇ ਵਿੱਚ ਜਲ ਪਾਇਆ ਤੇ ਮੈਨੂੰ ਇੰਜ ਜਾਪਿਆ ਜਿਵੇਂ ਮੇਰੇ ਸਰੀਰ ਵਿੱਚ ਦੁਬਾਰਾ ਸਵਾਸ ਆ ਗਏ ਹੋਣ, ਦੁਬਾਰਾ ਜਾਨ ਆ ਗਈ ਹੋਵੇ। ਇੰਜ ਮੈਨੂੰ ਜਾਪਣ ਲੱਗਾ। ਜਦੋਂ ਦੂਜੀ ਵਾਰ ਮੈਂ ਪਾਣੀ ਪਾਣੀ ਆਖਿਆ, ਉਹ ਬਾਬਾ ਫਿਰ ਆਇਆ, ਮੇਰੇ ਮੂੰਹ ਦੇ ਵਿੱਚ ਫਿਰ ਪਾਣੀ ਪਾਇਆ। ਮੈਨੂੰ ਬੜਾ ਹੀ ਆਨੰਦ ਮਿਲਿਆ ਤੇ ਮੈਂ ਉਸ ਨੂੰ ਆਖਿਆ, ਬਾਬਾ ਤੂੰ ਕੌਣ ਹੈ? ਤੂੰ ਕੌਣ ਹੈ? ਉਸਨੇ ਆਪਣਾ ਨਹੀਂ ਦੱਸਿਆ, ਮੇਰੇ ਤੋਂ ਪੁੱਛਣ ਲੱਗਾ, ਬਈ ਬੱਚਾ ਤੇਰਾ ਬਾਪੂ ਕਿੱਥੇ ਹੈ? ਮੈਂ ਆਖਿਆ, ਬਾਬਾ ਬਾਪੂ ਮੇਰਾ ਗੁਜ਼ਰ ਗਿਆ ਹੈ। ਤੇਰੀ ਮਾਂ ਕਿੱਥੇ ਹੈ? ਮਾਂ ਮੇਰੀ ਸੇਵਾ ਕਰਨ ਵਾਸਤੇ ਗਈ ਹੈ, ਮੇਰਾ ਖਿਆਲ ਨਹੀਂ ਰੱਖਦੀ, ਮੈਨੂੰ ਇਕੱਲੇ ਨੂੰ ਛੱਡ ਕੇ ਤੁਰ ਜਾਂਦੀ ਹੈ, ਤੜਫਦੇ ਨੂੰ ਛੱਡ ਕੇ ਤੁਰ ਜਾਂਦੀ ਹੈ। ਆ ਤੁਸੀਂ ਦੇਖ ਲਿਆ ਹੈ, ਜੇ ਅੱਜ ਤੁਸੀਂ ਨਾ ਆਂਦੇ ਤੇ ਮੇਰੀ ਜਾਨ ਨਿਕਲ ਜਾਣੀ ਸੀ। ਮਾਂ ਮੇਰੀ ਸੇਵਾ ਕਰਨ ਗਈ ਹੈ, ਬਸ ਇਕੱਲੇ ਨੂੰ ਛੱਡ ਕੇ ਤੁਰ ਜਾਂਦੀ ਹੈ। ਐ ਬਾਬਾ ਤੂੰ ਕੌਣ ਹੈ? ਉਸਨੇ ਆਖਿਆ, ਪੁੱਤਰ ਜਿਸ ਦਰਬਾਰ ਵਿੱਚ ਤੇਰੀ ਮਾਂ ਸੇਵਾ ਕਰਨ ਜਾਂਦੀ ਹੈ, ਮੈਂ ਉਸੇ ਦਰਬਾਰ ਵਿੱਚੋਂ ਆਇਆ। ਜਿਉਂ ਹੀ ਪੁੱਤਰ ਸੁਣਾ ਰਿਹਾ ਹੈ ਤੇ ਮਾਂ ਹੰਝੂ ਕੇਰ ਰਹੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਤੂੰ ਬਖਸ਼ਾਂ ਕਰਨ ਵਾਸਤੇ ਇਸ ਗਰੀਬਣੀ ਦੇ ਘਰ ਆਪ ਚੱਲ ਕੇ ਆ ਗਿਆ। ਧੰਨ ਹੈ ਤੂੰ, ਧੰਨ ਹੈ ਤੂੰ, ਮਾਂ ਦੇ ਮੂੰਹ ਚੋਂ ਨਿਕਲ ਰਿਹਾ ਹੈ। ਮਾਂ ਉਹ ਕੌਣ ਸੀ? ਤੂੰ ਜਾਣਦੀ ਹੈ ਉਸ ਨੂੰ? ਮਾਂ ਨੇ ਛਾਤੀ ਨਾਲ ਲਾਇਆ ਪੁੱਤਰ ਨੂੰ, ਬੈਰਾਗ ਵਿੱਚ ਭਿੱਜ ਕੇ ਆਖਿਆ, ਪੁੱਤਰ ਰਹਿਮਤਾਂ ਦੇ ਮੁਜੱਸਮੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਤੇਰੇ ਮੁਖ ਵਿੱਚ ਜਲ ਪਾ ਕੇ ਗਏ ਨੇ, ਤੈਨੂੰ ਦੁਬਾਰਾ ਜਾਨ ਦੇ ਕੇ ਗਏ ਨੇ, ਆਪ ਬਖਸ਼ਾਂ ਕਰਕੇ ਗਏ ਨੇ। ਐ ਸਤਿਗੁਰੂ ਜਿਸ ਕੀ ਬਾਸਤ ਸੋਈ ਲੈ ਜਾਏਗਾ। ਤੂੰ ਕਿਸ ਨੂੰ ਕੀ ਦੇਣਾ ਹੈ, ਕਿਸੇ ਕੋਲੋਂ ਕੀ ਲੈਣਾ ਹੈ? ਦੇਹ ਲੇਹ ਏਕ ਤੂੰ ਹੀ, ਦਿਗਰ ਕੋ ਨਹੀਂ। ਆ ਬਾਬਾ ਜੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਨੇ। ਦੇਣ ਲੈਣ ਵਾਲਾ ਉਹ ਇੱਕ ਪ੍ਰਭੂ ਹੈ। ਕਿਸੇ ਨੂੰ ਕਿੰਨਾ ਦੇਣਾ ਹੈ, ਕਿਸੇ ਕੋਲੋਂ ਕਿੰਨਾ ਲੈਣਾ ਹੈ, ਉਹ ਹੀ ਜਾਣਦਾ ਹੈ। ਐ ਜੀਵ ਐਵੇਂ ਹੀ ਥੋੜਾ ਜਿੰਨਾ ਦੁੱਖ ਆ ਜਾਵੇ, ਐਡੇ ਵੱਡੇ ਭੁਲਾਂਬੇ ਨਾ ਦਿਆ ਕਰ, ਕਦੀ ਵੀ ਉਸ ਨੂੰ ਮਾੜਾ ਨਾ ਆਖਿਆ ਕਰ, ਕਦੀ ਵੀ ਉਸ ਦੇ ਨਾਲ ਰੋਸ ਨਾ ਕਰਿਆ ਕਰ। ਸਤਿਗੁਰੂ
समझा रहे ने, जिसकी वस्त सोई ले जाएगा। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। रोज के शेषों की जय, रोज के शेषों की जय। जिसकी वस्त सोई ले जाएगा, सोई ले जाएगा, सोई ले जाएगा। नानक सुखदाता सदा सलाहे, रसना राम रवीजै। नानक सुखदाता सदा सलाहे, रसना राम रवीजै। रोज के शेषों की जय, रोज के शेषों की जय। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। रोज के शेषों की जय, रोज के शेषों की जय। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। रोज के शेषों की जय, रोज के शेषों की जय। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। रोज के शेषों की जय, रोज के शेषों की जय। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा। जिसकी वस्त सोई ले जाएगा, सोई ले जाएगा, सोई ले जाएगा।